ਦੋਸਤੋ ਅੱਜਕੱਲ ਹਰ ਇੱਕ ਖਾਣ ਪੀਣ ਵਾਲੀ ਚੀਜ਼ ਦੇ ਵਿੱਚ ਮਿਲਾਵਟ ਦਾ ਦੌਰ ਵੱਧਦਾ ਜਾ ਰਿਹਾ ਹੈ ਤੇ ਇਹ ਮਿਲਾਵਟੀ ਚੀਜ਼ਾਂ ਕਦੋਂ ਸਾਡੀ ਸਿਹਤ ਲਈ ਕਿੰਨੀਆਂ ਘਾਤਕ ਤੇ ਖਤਰਨਾਕ ਸਾਬਿਤ ਹੋ ਸਕਦੀਆਂ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਦਾ। ਦੇਖੋ ਸ਼ਾਇਦ ਹੀ ਕੋਈ ਐਸੀ ਚੀਜ਼ ਹੋਏਗੀ ਜਿਸ ਵਿੱਚ ਕੋਈ ਮਿਲਾਵਟ ਨਾ ਹੋਵੇ, ਨਹੀਂ ਤਾਂ 99% ਚੀਜ਼ਾਂ ਦੇ ਵਿੱਚ ਤੁਹਾਨੂੰ ਮਿਲਾਵਟ ਹੀ ਮਿਲੇਗੀ। ਤੇ ਦੇਖੋ ਅੱਜਕੱਲ ਕਈ ਸਾਰੇ ਲੋਕ ਆਪਣੀ ਜੀਭ ਦੇ ਸਵਾਦ ਪਿੱਛੇ ਇੰਨੇ ਜ਼ਿਆਦਾ ਪਾਗਲ ਹੁੰਦੇ ਆ ਕਿ ਉਹ ਚੀਜ਼ ਨੂੰ ਦੇਖਦੇ ਵੀ ਨਹੀਂ ਕਿ ਮੈਂ ਜੋ ਖਾ ਰਿਹਾ ਹਾਂ ਜਾਂ ਪੀ ਰਿਹਾ ਹਾਂ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਤਾਂ ਨਹੀਂ, ਜਾਂ ਫਿਰ ਇਹ ਚੀਜ਼ ਸਾਨੂੰ ਕੋਈ ਫਾਇਦਾ ਕਰੂੰਗੀ ਜਾਂ ਕੋਈ ਨੁਕਸਾਨ ਕਰੂੰਗੀ। ਦੇਖੋ ਬਸ ਉਹਨਾਂ ਲੋਕਾਂ ਨੇ ਇੱਕ ਗੱਲ ਤੇ ਲੱਕ ਬੰਨਿਆ ਹੁੰਦਾ ਹੈ ਕਿ ਨਹੀਂ ਯਾਰ ਇਹ ਚੀਜ਼ ਤਾਂ ਬਹੁਤ ਸਵਾਦ ਆ, ਪਰ ਦੋਸਤੋ ਇਸ ਸਵਾਦ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਸਿਹਤ ਦੇ ਨਾਲ ਕੀ ਖਿਲਵਾੜ ਕਰਦੇ ਹਾਂ ਇਸ ਚੀਜ਼ ਦਾ ਸਾਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਹੁੰਦਾ। ਇਸ ਲਈ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਨਕਲੀ ਤੇ ਮਿਲਾਵਟੀ ਦੁੱਧ ਦੇ ਬਾਰੇ, ਜੋ ਕਿ ਬੋਤਲਾਂ ਤੇ ਪੈਕਟਾਂ ਦੇ ਵਿੱਚ ਪੈਕ ਕਰਕੇ ਆਪਣੇ ਆਮ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਦੇਖੋ ਇਹ ਦੁੱਧ ਬਣਦਾ ਕਿਵੇਂ ਹੈ, ਅੱਜ ਅਸੀਂ ਤੁਹਾਨੂੰ ਇਸ ਦੇ ਪੂਰੇ ਪ੍ਰੋਸੈਸ ਦੇ ਬਾਰੇ ਦੱਸਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ। ਦੋਸਤੋ ਸਭ ਤੋਂ ਪਹਿਲਾਂ ਇਹ ਦੁੱਧ ਪਸ਼ੂ ਪਾਲਕਾਂ ਦੇ ਕੋਲੋਂ ਇਕੱਠਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਸ ਦੁੱਧ ਨੂੰ ਵੱਡੇ ਵੱਡੇ ਟੈਂਕਾਂ ਦੇ ਵਿੱਚ ਭਰ ਕੇ ਮਿਲਕ ਪਲਾਂਟਾਂ ਤੱਕ ਪਹੁੰਚਾਇਆ ਜਾਂਦਾ ਹੈ ਤੇ ਇੱਥੋਂ ਸ਼ੁਰੂ ਹੁੰਦਾ ਹੈ ਨਕਲੀ ਦੁੱਧ ਬਣਾਉਣ ਦਾ ਪ੍ਰੋਸੈਸ। ਦੇਖੋ ਜਦੋਂ ਇਸ ਦੁੱਧ ਨੂੰ ਮਿਲਕ ਪਲਾਂਟਾਂ ਤੱਕ ਲਿਜਾਇਆ ਜਾਂਦਾ ਹੈ ਉਸ ਤੋਂ ਬਾਅਦ ਇਸ ਦੁੱਧ ਦੇ ਸੈਂਪਲ ਲੈ ਕੇ ਚੈੱਕ ਕੀਤਾ ਜਾਂਦਾ ਹੈ, ਇਸ ਦੀ ਟੈਸਟਿੰਗ ਕੀਤੀ ਜਾਂਦੀ ਹੈ ਕਿ ਇਸ ਵਿੱਚ ਕੋਈ ਖਰਾਬੀ ਤਾਂ ਨਹੀਂ ਹੈ। ਉਸ ਤੋਂ ਬਾਅਦ ਸਹੀ ਦੁੱਧ ਨੂੰ ਵੱਡੀਆਂ ਮਸ਼ੀਨਾਂ ਦੇ ਵਿੱਚ ਪਾ ਕੇ ਇਸ ਦੀ ਕਰੀਮ ਨੂੰ ਦੁੱਧ ਤੋਂ ਵੱਖ ਕੱਢ ਲਿਆ ਜਾਂਦਾ ਹੈ। ਦੇਖੋ ਫੋਰ ਐਗਜ਼ਾਮਪਲ ਜਿਵੇਂ ਕਿ ਜਦੋਂ ਅਸੀਂ ਇੱਕ ਨਿੰਬੂ ਨੂੰ ਨਿਚੋੜ ਕੇ ਨਿੰਬੂ ਵਿੱਚ ਉਸ ਦਾ ਸਾਰਾ ਰਸ ਕੱਢ ਲੈਂਦੇ ਹਾਂ ਤੇ ਪਿੱਛੇ ਨਿੰਬੂ ਦਾ ਫੋਕਟ ਰਹਿ ਜਾਂਦਾ ਹੈ, ਬਿਲਕੁਲ ਉਸੇ ਹੀ ਤਰ੍ਹਾਂ ਦੁੱਧ ਵਿੱਚੋਂ ਵੀ ਜਦੋਂ ਕਰੀਮ ਨੂੰ ਅਲੱਗ ਕੱਢ ਲਿਆ ਜਾਂਦਾ ਹੈ ਤਾਂ ਪਿੱਛੇ ਬਚਦਾ ਹੈ ਤਾਂ ਸਿਰਫ ਫੋਕਟ ਦੁੱਧ। ਉਸ ਤੋਂ ਬਾਅਦ ਇਸ ਫੋਕਟ ਦੁੱਧ ਨੂੰ 40 ਡਿਗਰੀ ਟੈਂਪਰੇਚਰ ਤੇ ਗਰਮ ਕੀਤਾ ਜਾਂਦਾ ਹੈ ਤੇ ਇਸ ਦੁੱਧ ਨੂੰ ਇਸ ਤਰ੍ਹਾਂ ਦੇ ਟੈਂਕਾਂ ਦੇ ਵਿੱਚ ਪਾ ਦਿੱਤਾ ਜਾਂਦਾ ਹੈ, ਜੋ ਟੈਂਕ ਇਸ ਤਰ੍ਹਾਂ ਦੇ ਹੁੰਦੇ ਆ ਜੋ ਕਿ ਦੁੱਧ ਨੂੰ ਹਿਲਾਉਂਦੇ ਰਹਿੰਦੇ ਆ ਤਾਂ ਕਿ ਦੁੱਧ ਖਰਾਬ ਨਾ ਹੋਵੇ, ਜਾਣੀ ਕਿ ਦੁੱਧ ਵਿੱਚ ਹਿਲਜੁਲ ਹੁੰਦੀ ਰਹੇ ਤੇ ਇਸ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਦੋਸਤੋ ਹੁਣ ਇਸ ਦੁੱਧ ਨੂੰ ਪੈਕ ਕਰਨ ਤੋਂ ਪਹਿਲਾਂ ਇਸ ਵਿੱਚ ਕੁਝ ਇਸ ਤਰ੍ਹਾਂ ਦੇ ਪਦਾਰਥ ਮਿਲਾਏ ਜਾਂਦੇ ਆ, ਕੁਝ ਅਜਿਹੇ ਕੈਮੀਕਲ ਮਿਲਾਏ ਜਾਂਦੇ ਆ ਤਾਂ ਕਿ ਇਸ ਦੁੱਧ ਨੂੰ ਪੈਕ ਕਰਨ ਤੋਂ ਬਾਅਦ ਇਹ ਜਲਦੀ ਖਰਾਬ ਨਾ ਹੋਵੇ। ਇਸ ਤੋਂ ਬਾਅਦ ਫਿਰ ਇਸ 40 ਡਿਗਰੀ ਤੇ ਗਰਮ ਕੀਤੇ ਹੋਏ ਦੁੱਧ ਨੂੰ ਠੰਡਾ ਕੀਤਾ ਜਾਂਦਾ ਹੈ ਤੇ ਫਿਰ ਇਸ ਨੂੰ ਪੈਕ ਕਰਨ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹੁਣ ਇਸ ਦੁੱਧ ਨੂੰ ਛੋਟੇ ਵੱਡੇ ਪੈਕਟਾਂ ਦੇ ਵਿੱਚ, ਬੋਤਲਾਂ ਦੇ ਵਿੱਚ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਪੈਕ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਦੁੱਧ ਨੂੰ ਸੁਕਾ ਕੇ ਵੀ ਪੈਕ ਕੀਤਾ ਜਾਂਦਾ ਹੈ। ਤੇ ਦੇਖੋ ਇਹ ਗੱਲ ਜ਼ਰੂਰੀ ਨਹੀਂ ਹੈ ਕਿ ਇਸ ਦੁੱਧ ਨੂੰ ਪੈਕ ਕਰਕੇ ਹੀ ਭੇਜਿਆ ਜਾਂਦਾ ਹੈ, ਬਲਕਿ ਖੁੱਲਾ ਦੁੱਧ ਵੀ ਉਹ ਇਸ ਵਿੱਚੋਂ ਕਰੀਮ ਨੂੰ ਕੱਢ ਕੇ ਬਾਕੀ ਜਿਹੜਾ ਫੋਕਟ ਦੁੱਧ ਹੁੰਦਾ ਹੈ ਉਸ ਨੂੰ ਵੱਡੇ ਟੈਂਕਾਂ ਵਿੱਚ ਭਰ ਕੇ ਟਰੱਕਾਂ ਕੈਂਟਰਾਂ ਦੇ ਵਿੱਚ ਭਰ ਕੇ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੱਕ ਪਹੁੰਚਾਇਆ ਜਾਂਦਾ ਹੈ। ਦੇਖੋ ਇਸ ਦੇ ਨਾਲ ਹੀ ਪੈਕਟਾਂ ਤੇ ਬੋਤਲਾਂ ਦੇ ਵਿੱਚ ਪੈਕ ਦੁੱਧ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਦੁਕਾਨਾਂ ਤੱਕ ਪਹੁੰਚਾਇਆ ਜਾਂਦਾ ਹੈ ਜਿੱਥੋਂ ਕਿ ਅਸੀਂ ਖਰੀਦਦੇ ਹਾਂ। ਦੇਖੋ ਬੇਸ਼ੱਕ ਇਹ ਪੈਕਟਾਂ ਤੇ ਬੋਤਲਾਂ ਦਾ ਦੁੱਧ ਪੀਣ ਵਿੱਚ ਸਵਾਦ ਹੋਵੇ, ਪਰ ਅਸੀਂ ਸਵਾਦ ਦੇ ਪਿੱਛੇ ਇਹ ਗੱਲ ਜ਼ਰਾ ਵੀ ਨਹੀਂ ਸੋਚਦੇ ਕਿ ਜੋ ਦੁੱਧ ਅਸੀਂ ਪੈਕਟਾਂ ਤੇ ਬੋਤਲਾਂ ਵਾਲਾ ਪੀ ਰਹੇ ਹਾਂ ਇਸ ਵਿੱਚ ਕੀ ਕੁਝ ਪਾਇਆ ਹੋ ਸਕਦਾ ਹੈ। ਦੇਖੋ ਜਿਹੜਾ ਦੁੱਧ ਇੰਨੇ ਦਿਨਾਂ ਤੱਕ ਬੋਤਲਾਂ ਤੇ ਪੈਕਟਾਂ ਦੇ ਵਿੱਚ ਬੰਦ ਰਹਿ ਕੇ ਬਿਲਕੁਲ ਸਹੀ ਤੇ ਠੀਕ ਠਾਕ ਸਾਡੇ ਤੱਕ ਪਹੁੰਚ ਰਿਹਾ ਹੈ, ਦੇਖੋ ਉਸ ਵਿੱਚ ਕੁਝ ਨਾ ਕੁਝ ਤਾਂ ਜ਼ਰੂਰ ਮਿਲਾਵਟ ਹੁੰਦੀ ਹੈ। ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਕੇਰਲਾ, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਆਦਿ ਵਰਗੇ ਪ੍ਰਦੇਸ਼ਾਂ ਵਿੱਚੋਂ ਦੁੱਧ ਦੇ ਸੈਂਪਲ ਲੈ ਗਏ ਤੇ ਇਹ ਦੁੱਧ ਕੁਆਲਿਟੀ ਤੇ ਗੁਣਵੱਤਾ ਦੇ ਮਾਮਲੇ ਦੇ ਵਿੱਚ ਸਿਹਤ ਦੇ ਪ੍ਰਤੀ ਬਿਲਕੁਲ ਫੇਲ ਸਾਬਿਤ ਹੋਇਆ। ਤੇ ਦੇਖੋ ਇਸ ਤੋਂ ਇਲਾਵਾ ਬਹੁਤ ਸਾਰੇ ਮਿਲਕ ਪਲਾਂਟਾਂ ਨੂੰ ਨਕਲੀ ਦੁੱਧ ਬਣਾਉਣ ਤੇ ਇਸ ਮਿਲਾਵਟੀ ਦੁੱਧ ਤੋਂ ਤਿਆਰ ਪਨੀਰ, ਲੱਸੀ, ਦਹੀਂਆਂ ਦੀ ਬਣਾਉਣ ਕਰਕੇ ਸੀਲ ਬੰਦ ਕਰ ਦਿੱਤਾ ਗਿਆ। ਭਾਵੇਂ ਬਹੁਤ ਸਾਰੇ ਮਿਲਕ ਪਲਾਂਟ ਨਕਲੀ ਦੁੱਧ ਬਣਾਉਣ ਦੇ ਕਰਕੇ ਹਰ ਸਾਲ ਬੰਦ ਹੁੰਦੇ ਹੋਣ, ਪਰ ਦੁੱਧ ਦੇ ਵਿੱਚ ਮਿਲਾਵਟ ਦਾ ਦੌਰ ਅੱਜ ਵੀ ਚੱਲ ਰਿਹਾ ਹੈ। ਦੇਖੋ ਕਈ ਸਾਰੇ ਲੋਕ ਜੋ ਪਸ਼ੂ ਪਾਲਣ ਦਾ ਕੰਮ ਕਰਦੇ ਆ ਉਹ ਇਸ ਲਾਲਚ ਦੇ ਵਿੱਚ ਕਿ ਉਹਨਾਂ ਦਾ ਪਸ਼ੂ ਜ਼ਿਆਦਾ ਦੁੱਧ ਦੇਵੇ ਤਾਂ ਉਹ ਆਪਣੇ ਪਸ਼ੂਆਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਫੀਡ ਪਾਉਂਦੇ ਆ ਤੇ ਇਸ ਦੇ ਨਾਲ ਹੀ ਕਈ ਸਾਰੇ ਲੋਕ ਆਪਣੇ ਪਸ਼ੂਆਂ ਦੇ ਦੁੱਧ ਨੂੰ ਵਧਾਉਣ ਦੇ ਲਈ ਕਈ ਤਰ੍ਹਾਂ ਦੇ ਖਤਰਨਾਕ ਇੰਜੈਕਸ਼ਨ ਲਗਵਾਉਂਦੇ ਆ ਤੇ ਦੇਖੋ ਉਸੇ ਇੰਜੈਕਸ਼ਨ ਦਾ ਅਸਰ ਜਦੋਂ ਦੁੱਧ ਦੇ ਵਿੱਚ ਮਿਲ ਜਾਂਦਾ ਆ ਤੇ ਉਹੀ ਦੁੱਧ ਮਿਲਕ ਪਲਾਂਟਾਂ ਦੇ ਵਿੱਚੋਂ ਹੁੰਦਾ ਹੋਇਆ ਆਪਣੇ ਤੱਕ ਪਹੁੰਚਾਇਆ ਜਾਂਦਾ ਹੈ ਜੋ ਕਿ ਅਸੀਂ ਘਰਾਂ ਦੇ ਵਿੱਚ ਵਰਤਦੇ ਹਾਂ। ਇਸ ਤੋਂ ਇਲਾਵਾ ਦੋਸਤੋ ਜੋ ਚਾਰਾ ਪਸ਼ੂਆਂ ਨੂੰ ਪਾਇਆ ਜਾਂਦਾ ਆ ਉਸ ਵਿੱਚ ਵੀ ਰੇਹਾਂ ਸਪਰੇਆਂ ਤੇ ਖਾਦ ਦਾ ਅਸਰ ਹੁੰਦਾ ਹੈ ਤੇ ਦੇਖੋ ਜਦੋਂ ਪਸ਼ੂ ਇਸ ਚਾਰੇ ਨੂੰ ਖਾਂਦੇ ਆ ਤਾਂ ਇਹਨਾਂ ਦਾ ਸਿੱਧਾ ਅਸਰ ਪਸ਼ੂਆਂ ਦੇ ਦੁੱਧ ਤੇ ਪੈਂਦਾ ਹੈ। ਇਸ ਲਈ ਅਸੀਂ ਇਸ ਦੁੱਧ ਨੂੰ ਬਿਲਕੁਲ ਸ਼ੁੱਧ ਨਹੀਂ ਕਹਿ ਸਕਦੇ, ਪਰ ਹਾਂ ਆਪਣੇ ਘਰ ਦੇ ਪਸ਼ੂ ਦਾ ਦੁੱਧ ਬਾਹਰ ਦੇ ਪੈਕਟਾਂ ਤੇ ਬੋਤਲਾਂ ਦੇ ਦੁੱਧ ਨਾਲੋਂ ਚੰਗਾ ਹੈ।
ਪਰ ਜੇਕਰ ਅਸੀਂ ਕਹੀਏ ਕਿ ਉਹ ਦੁੱਧ ਬਿਲਕੁਲ 100% ਸ਼ੁੱਧ ਆ ਤਾਂ ਅਸੀਂ ਉਸ ਨੂੰ 100% ਸ਼ੁੱਧ ਨਹੀਂ ਕਹਿ ਸਕਦੇ। ਦੋਸਤੋ, ਆਪਣੇ ਪੰਜਾਬ ਦੇ ਵਿੱਚ ਨਕਲੀ ਦੁੱਧ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਆ, ਪਰ ਇਸ ਦਾ ਮਤਲਬ ਇਹ ਨਹੀਂ ਆ ਕਿ ਆਪਣੇ ਪੰਜਾਬ ਦੇ ਵਿੱਚ ਨਕਲੀ ਦੁੱਧ ਮੌਜੂਦ ਨਹੀਂ ਹੈਗਾ। ਦੇਖੋ, ਆਪਣੇ ਪੰਜਾਬ ਦੇ ਵਿੱਚ ਵੀ ਨਕਲੀ ਦੁੱਧ ਮੌਜੂਦ ਹੈ। ਇਸ ਦੇ ਨਾਲ ਹੀ ਇਸ ਤੋਂ ਬਣੇ ਨਕਲੀ ਪਦਾਰਥ ਜਿਵੇਂ ਕਿ ਦਹੀਂ, ਲੱਸੀ, ਪਨੀਰ ਆਦਿ। ਦੇਖੋ, ਅਸੀਂ ਕਈ ਵਾਰ ਅਣਗਹਿਲੀ ਦੇ ਵਿੱਚ ਇਸ ਦੁੱਧ ਤੋਂ ਬਣੇ ਪਦਾਰਥ ਜਾਂ ਫਿਰ ਦੁੱਧ ਨੂੰ ਪੀ ਖਾ ਲੈਂਦੇ ਹਾਂ, ਜਿਸ ਨਾਲ ਸਾਨੂੰ ਕਈ ਸਾਰੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਸਤੋ, ਪੈਕਟਾਂ ਤੇ ਬੋਤਲਾਂ ਵਾਲਾ ਦੁੱਧ ਸਾਡੀ ਸਿਹਤ ਲਈ ਨੁਕਸਾਨਦਾਇਕ ਵੀ ਸਾਬਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਦੁੱਧ ਤੋਂ ਬਣੇ ਹੋਰ ਪਦਾਰਥ ਜਿਵੇਂ ਕਿ ਪਨੀਰ, ਲੱਸੀ, ਦਹੀਂ ਆਦਿ ਜੋ ਕਿ ਪਿੱਛੋਂ ਫੈਕਟਰੀਆਂ ਵੱਲੋਂ ਹੀ ਬੰਦ ਕਰਕੇ ਪੈਕਟਾਂ ਦੇ ਵਿੱਚ ਭੇਜੇ ਜਾਂਦੇ ਆ, ਇਹ ਵੀ ਬਿਲਕੁਲ ਸ਼ੁੱਧ ਨਹੀਂ ਹੁੰਦੇ। ਇਹਨਾਂ ਵਿੱਚ ਵੀ ਬਹੁਤ ਸਾਰੀ ਮਿਲਾਵਟ ਹੁੰਦੀ ਆ ਤੇ ਇਹ ਵੀ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਆ। ਦੋਸਤੋ, ਜੇਕਰ ਤੁਸੀਂ ਪੈਕਟ ਵਾਲੇ ਪਨੀਰ ਦੀ ਵਰਤੋਂ ਕਰਦੇ ਆ ਜੋ ਕਿ ਫੈਕਟਰੀਆਂ ਦੇ ਵਿੱਚੋਂ ਪੈਕਟਾਂ ਦੇ ਵਿੱਚ ਬੰਦ ਹੋ ਕੇ ਆਉਂਦਾ ਹੈ ਤਾਂ ਇਸ ਦੀ ਵਰਤੋਂ ਤੁਸੀਂ ਨਾ ਕਰੋ, ਕਿਉਂਕਿ ਇਸ ਨਾਲ ਸਾਡੇ ਪਿੱਤੇ ਜਾਂ ਗੁਰਦੇ ਦੇ ਵਿੱਚ ਪੱਥਰੀ ਦੀ ਸਮੱਸਿਆ ਹੋ ਸਕਦੀ ਆ ਤੇ ਇਸ ਤੋਂ ਇਲਾਵਾ ਸਾਨੂੰ ਹੋਰ ਵੀ ਕਈ ਸਾਰੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਦੇ ਨਾਲ ਹੀ ਇਹ ਚੀਜ਼ਾਂ ਸਾਡੀ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦੀਆਂ। ਦੇਖੋ, ਜਿਨ੍ਹਾਂ ਲੋਕਾਂ ਨੇ ਆਪਣੇ ਘਰ ਦੇ ਵਿੱਚ ਪਸ਼ੂ ਪਾਲੇ ਹੋਏ ਆ ਉਹਨਾਂ ਲਈ ਤਾਂ ਬਹੁਤ ਵਧੀਆ, ਪਰ ਜੋ ਲੋਕ ਮੁੱਲ ਦਾ ਦੁੱਧ ਖਰੀਦ ਕੇ ਵਰਤਦੇ ਆ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਕਟਾਂ ਵਾਲਾ ਹੀ ਦੁੱਧ ਲੈਣਾ ਹੈ। ਦੋਸਤੋ, ਤੁਸੀਂ ਕੀ ਕਰੋ, ਤੁਹਾਡੇ ਆਂਢ ਗੁਆਂਢ, ਗਲੀ ਮੁਹੱਲੇ, ਪਿੰਡ ਸ਼ਹਿਰ ਦੇ ਅੰਦਰ ਕੁਝ ਨਾ ਕੁਝ ਘਰ ਅਜਿਹੇ ਹੁੰਦੇ ਆ ਜਿਨ੍ਹਾਂ ਨੇ ਪਸ਼ੂ ਰੱਖੇ ਹੁੰਦੇ ਆ। ਦੇਖੋ, ਤੁਸੀਂ ਉਹਨਾਂ ਦੇ ਕੋਲੋਂ ਦੁੱਧ ਲਿਆ ਕਰੋ, ਕਿਉਂਕਿ ਉਹ ਦੁੱਧ ਸਹੀ ਹੁੰਦਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਉੱਥੋਂ ਤਾਜ਼ਾ ਦੁੱਧ ਮਿਲੂਗਾ ਜਿਸ ਨਾਲ ਤੁਹਾਨੂੰ ਨੁਕਸਾਨ ਨਹੀਂ ਹੋਏਗਾ ਤੇ ਇਸ ਦੇ ਨਾਲ ਹੀ ਤੁਸੀਂ ਇਹਨਾਂ ਮਿਲਾਵਟੀ ਚੀਜ਼ਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚੇ ਰਹੋਗੇ। ਦੇਖੋ, ਅਸੀਂ ਆਪਣੇ ਐਸ਼ੋ ਆਰਾਮ ਦੀ ਹਰ ਚੀਜ਼ ਲੈਣ ਤੋਂ ਪਹਿਲਾਂ ਉਸ ਦੀ ਕੁਆਲਿਟੀ ਚੈੱਕ ਕਰਦੇ ਹਾਂ, ਚਾਹੇ ਉਹ ਕੱਪੜਾ ਲੈਣਾ ਹੋਵੇ ਜਾਂ ਫਿਰ ਘਰ ਦਾ ਕੋਈ ਸਮਾਨ ਕਿਉਂ ਨਾ ਹੋਵੇ। ਪਰ ਜਦੋਂ ਗੱਲ ਸਾਡੇ ਸਰੀਰ ਦੀ ਹੁੰਦੀ ਆ ਤਾਂ ਕਈ ਲੋਕ ਖਾਣ ਪੀਣ ਦੇ ਮਾਮਲੇ ਦੇ ਵਿੱਚ ਕਹਿ ਦਿੰਦੇ ਆ ਕਿ ਚਲੋ ਛੱਡੋ ਯਾਰ, ਸਵਾਦ ਦੇਖੋ ਬਸ। ਦੇਖੋ, ਅਸੀਂ ਸਵਾਦ ਦੇ ਚੱਕਰ ਦੇ ਵਿੱਚ ਆਪਣੀ ਸਿਹਤ ਨੂੰ ਖਰਾਬ ਕਰ ਲੈਂਦੇ ਆ ਤੇ ਇਸ ਦੇ ਨਾਲ ਹੀ ਅਸੀਂ ਹਜ਼ਾਰਾਂ ਲੱਖਾਂ ਰੁਪਏ ਆਪਣੀ ਸਿਹਤ ਨੂੰ ਠੀਕ ਕਰਨ ਦੇ ਲਈ ਕਈ ਸਾਰੀਆਂ ਬਿਮਾਰੀਆਂ ਦੇ ਵਿੱਚ ਖਰਚ ਕਰ ਦਿੰਦੇ ਆ। ਪਰ ਦੇਖੋ, ਜੇਕਰ ਅਸੀਂ ਪਹਿਲਾਂ ਹੀ ਇਹਨਾਂ ਮਿਲਾਵਟੀ ਤੇ ਨਕਲੀ ਚੀਜ਼ਾਂ ਤੋਂ ਬਚੇ ਰਹੀਏ ਤਾਂ ਅਸੀਂ ਕਈ ਸਾਰੇ ਰੋਗਾਂ ਨੂੰ ਮਾਤ ਦੇ ਸਕਦੇ ਹਾਂ, ਮਤਲਬ ਕਿ ਅਸੀਂ ਕਈ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਤੇ ਇੱਕ ਨਿਰੋਗ ਜ਼ਿੰਦਗੀ ਜੀ ਸਕਦੇ ਹਾਂ। ਇਸ ਲਈ ਦੇਖੋ, ਸਿਹਤ ਦੇ ਮਾਮਲੇ ਦੇ ਵਿੱਚ ਕਦੀ ਵੀ ਅਣਗਹਿਲੀ ਨਾ ਕਰੋ ਤੇ ਜੋ ਵੀ ਖਾਓ ਪੀਓ ਹਮੇਸ਼ਾ ਸੋਚ ਸਮਝ ਕੇ ਹੀ ਖਾਓ ਪੀਓ, ਕਿਉਂਕਿ ਸਾਡਾ ਸਰੀਰ ਇੱਕ ਗੱਡੀ ਦੇ ਮੇਨ ਇੰਜਣ ਦੀ ਤਰ੍ਹਾਂ ਹੁੰਦਾ ਹੈ। ਦੇਖੋ, ਜੇਕਰ ਗੱਡੀ ਦੇ ਇੰਜਣ ਦੇ ਵਿੱਚ ਅਸੀਂ ਨਕਲੀ ਤੇਲ ਪਾਵਾਂਗੇ ਤਾਂ ਉਸ ਦੇ ਵੀ ਪੁਰਜੇ ਘਸ ਕੇ ਜਲਦੀ ਹੀ ਖਰਾਬ ਹੋ ਜਾਂਦੇ ਆ। ਦੇਖੋ, ਨਕਲੀ ਤੇਲ ਦੇ ਨਾਲ ਇੱਕ ਗੱਡੀ ਦਾ ਮੇਨ ਇੰਜਣ ਖਰਾਬ ਹੋ ਸਕਦਾ ਹੈ ਜੋ ਕਿ ਲੋਹੇ ਤੋਂ ਵੀ ਜ਼ਿਆਦਾ ਮਜ਼ਬੂਤ ਧਾਤੂਆਂ ਦਾ ਬਣਿਆ ਹੁੰਦਾ ਹੈ। ਤਾਂ ਦੋਸਤੋ, ਨਕਲੀ ਤੇ ਮਿਲਾਵਟੀ ਚੀਜ਼ਾਂ ਤੋਂ ਅਸੀਂ ਤੰਦਰੁਸਤੀ ਤੇ ਹੈਲਦੀ ਜ਼ਿੰਦਗੀ ਦੀ ਉਮੀਦ ਕਿਵੇਂ ਕਰ ਸਕਦੇ ਹਾਂ? ਇਸ ਲਈ ਦੋਸਤੋ, ਮਿਲਾਵਟੀ ਤੇ ਨਕਲੀ ਚੀਜ਼ਾਂ ਨੂੰ ਖਾਣ ਪੀਣ ਤੋਂ ਜਿੰਨਾ ਬਚ ਸਕਦੇ ਹਾਂ ਬਚੋ। ਦੇਖੋ, ਜੇਕਰ ਤੁਸੀਂ ਬਾਹਰ ਦਾ ਪੈਕਟ ਵਾਲਾ ਦੁੱਧ ਲੈਂਦੇ ਹੋ ਤਾਂ ਤੁਸੀਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ, ਜਿਵੇਂ ਕਿ ਦੁੱਧ ਜ਼ਿਆਦਾ ਟਾਈਮ ਦਾ ਪਿਆ ਜਾਂ ਫਿਰ ਐਕਸਪਾਇਰੀ ਹੋਣ ਵਾਲਾ ਨਾ ਹੋਵੇ। ਦੋਸਤੋ, ਕਈ ਇਹੋ ਜਿਹੇ ਦੁੱਧ ਦੇ ਨਕਲੀ ਪੈਕਟ ਵੀ ਹੁੰਦੇ ਆ ਜਿਨ੍ਹਾਂ ਵਿੱਚ ਪ੍ਰੋਪਰ ਮਾਰਕ ਸਾਈਨ ਦੇ ਨਿਸ਼ਾਨ ਵੀ ਨਹੀਂ ਹੁੰਦੇ ਤੇ ਇਹਨਾਂ ਪੈਕਟਾਂ ਵਾਲੇ ਦੁੱਧ ਨੂੰ ਵੀ ਤੁਸੀਂ ਅਵੋਇਡ ਕਰਨਾ ਹੈ। ਦੇਖੋ, ਖਾਸ ਕਰ ਛੋਟੇ ਬੱਚਿਆਂ ਨੂੰ ਤਾਂ ਇਹੋ ਜਿਹੇ ਪੈਕਟਾਂ ਵਾਲੇ ਦੁੱਧ ਪੀਣ ਨੂੰ ਬਿਲਕੁਲ ਨਹੀਂ ਦੇਣੇ ਚਾਹੀਦੇ। ਬਾਕੀ ਮਾਰਕੀਟ ਦੇ ਵਿੱਚ ਸਹੀ ਪੈਕਟਾਂ ਵਾਲੇ ਦੁੱਧ ਦਾ ਇਸਤੇਮਾਲ ਜੇਕਰ ਤੁਸੀਂ ਚਾਹ ਬਣਾਉਣ ਲਈ ਕਰਦੇ ਹੋ ਤਾਂ ਫਿਰ ਕੋਈ ਗੱਲ ਨਹੀਂ। ਤਾਂ ਦੋਸਤੋ, ਅੱਜ ਦੇ ਲਈ ਇੰਨਾ ਹੀ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ। ਤੁਸੀਂ ਹਮੇਸ਼ਾ ਫਿੱਟ ਰਹੋ, ਤੰਦਰੁਸਤ ਰਹੋ, ਇਹੀ ਅਸੀਂ ਚਾਹੁੰਦੇ ਹਾਂ।